बहुत स्वागत है जी साਰਿਆਂ ਦਾ। मैं हाँ सुरिंदर डल्ला। कनेडा ਨੂੰ ਲੈ ਕੇ ਇੱਕ ਬਹੁਤ ਖਾਸ ਪ੍ਰੋਗਰਾਮ ਇਸ ਵਕਤ ਅਸੀਂ ਕਰਾਂਗੇ ਔਰ ਸਾਡੇ ਨਾਲ ਪੰਜਾਬ ਦੇ ਲੀਡਿੰਗ ਕੰਸਲਟੈਂਟ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਜਸਮੀਤ ਸਿੰਘ ਭਾਟੀਆ ਜੀ ਮੌਜੂਦ ਰਹਿਣਗੇ। ਸਭ ਤੋਂ ਪਹਿਲਾਂ ਭਾਟੀਆ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਭਾਟੀਆ ਜੀ, ਅੱਜ ਮੈਂ ਲਗਾਤਾਰ ਸਟੂਡੈਂਟਸ ਦੇ ਜਿਹੜੇ ਸਵਾਲ ਨੇ ਉਹ ਪੜ੍ਹ ਰਿਹਾ ਸੀ। ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਆਏ। ਹਾਲੇ ਵੀ ਕਈ ਪੁਆਇੰਟਸ ਤੇ ਕੈਨੇਡਾ ਨੂੰ ਲੈ ਕੇ ਕਲੈਰਿਟੀ ਨਹੀਂ ਹੈ। ਨੈਕਸਟ ਇਨਟੇਕਸ ਦਾ ਕੀ ਬਣੇਗਾ, ਸਟੂਡੈਂਟਸ ਦਾ ਫਿਊਚਰ ਤੁਸੀਂ ਕਿਵੇਂ ਵੇਖਦੇ ਹੋ ਕੈਨੇਡਾ ਨੂੰ ਲੈ ਕੇ, ਕਿਉਂਕਿ ਲੰਮਾ ਸਮਾਂ ਹੋ ਗਿਆ, ਮਾਰਚ ਫੈਬਰਰੀ ਤੱਕ ਦੀਆਂ ਫਾਈਲਸ ਪੈਂਡਿੰਗ ਨੇ। VFS ਦੇ ਬਾਰੇ ਹਜੇ ਤੱਕ ਕਿਸੇ ਤਰ੍ਹਾਂ ਦੀ ਕਲੈਰਿਟੀ ਨਹੀਂ ਹੈ। ਇਹਨਾਂ ਸਿਚੁਏਸ਼ਨ ਦੇ ਵਿੱਚ ਤੁਸੀਂ ਕੈਨੇਡਾ ਨੂੰ ਹੁਣ ਕਿਵੇਂ ਵੇਖਦੇ ਹੋ? ਸੋ ਦੱਲਾ ਜੀ, ਬਹੁਤ ਹੀ ਇੰਪੋਰਟੈਂਟ ਇਸ਼ੂ ਹੈ, ਖਾਸ ਕਰਕੇ ਜਿਹੜੀਆਂ ਫੈਬਰਰੀ ਔਰ ਮਾਰਚ ਦੀਆਂ ਪੈਂਡਿੰਗ ਫਾਈਲਸ ਹੈ ਉਹਨਾਂ ਤੇ ਜੋ ਮੈਨੂੰ ਕਲੈਰਿਟੀ ਲੱਗਦੀ ਹੈ ਜਾਂ ਜੋ ਮੈਨੂੰ ਸੰਭਾਵਨਾ ਲੱਗਦੀ ਹੈ ਕਿ ਕਿੱਦਾਂ ਰਿਜ਼ਲਟਸ ਆਉਣਗੇ। ਸੋ ਜਿਹੜੇ ਸਟੂਡੈਂਟਸ ਨੇ ਜਨਵਰੀ ਦੀ LOA ਅਪਲੋਡ ਕਰਤੀ ਹੋਈ ਹੈ, ਸੋ ਦੇ ਆਰ ਬੀਇੰਗ ਕੰਸੀਡਰਡ ਫॉर ਜਨਵਰੀ ਇਨਟੇਕ। ਉਹ ਸਾਰੀਆਂ ਫਾਈਲਾਂ ਜਨਵਰੀ ਇਨਟੇਕ ਲਈ ਕੰਸੀਡਰ ਹੋ ਰਹੀਆਂ ਨੇ। ਸੋ ਜਿੰਨੀਆਂ ਵੀ ਫਾਈਲਾਂ ਤੁਸੀਂ ਚਾਹੇ ਫੈਬਰਰੀ 'ਚ ਲਾਈਆਂ ਸੀ, ਮਾਰਚ 'ਚ ਲਾਈਆਂ ਸੀ, ਪਰ ਤੁਸੀਂ LOA ਅਪਲੋਡ ਕਰਤੀ ਜਨਵਰੀ ਦੀ, ਤਾਂ ਉਹ ਸਾਰੀਆਂ ਤੁਹਾਡੀਆਂ ਫਾਈਲਾਂ ਜਨਵਰੀ ਲਈ ਕੰਸੀਡਰ ਹੋ ਰਹੀਆਂ। ਸੋ ਜੋ ਮੈਨੂੰ ਅੰਦਾਜ਼ਾ ਹੈ ਕਿ ਉਹਨਾਂ ਫਾਈਲਾਂ ਉੱਤੇ ਪਾਸਪੋਰਟ ਸਬਮਿਸ਼ਨ ਰਿਕੁਐਸਟ ਆਊਗੀ ਸਿੱਧਾ, ਨਾ ਕਿ AIP। ਇਹ ਤੁਸੀਂ ਕਿਵੇਂ ਅੰਦਾਜ਼ਾ ਲਾ ਰਹੇ ਹੋ? ਇਹਦੇ ਪਿੱਛੇ ਤੁਹਾਡੀ ਸੋਚ ਕੀ ਹੈ? ਜੋ ਵੈਬੀਨਾਰਸ ਹੋਏ ਆ 27, 28, 29 ਨੂੰ, ਉਹਨਾਂ ਵਿੱਚ ਇਹੀ ਕਲੈਰਿਟੀ ਮਿਲੀ ਹੈ ਕਿ ਜਿੰਨੇ ਵੀ ਜਨਵਰੀ ਇਨਟੇਕ ਲਈ ਫਾਈਲਸ ਹੈਗੀਆਂ ਔਰ ਜਿਹੜੇ ਸਟੂਡੈਂਟਸ ਨੇ ਬਾਇਓਮੈਟ੍ਰਿਕਸ ਕਰਾਏ ਹੋਏ ਆ, they will be getting full approval only and there will be no AIPs for January intake। ਜੇ ਤੁਸੀਂ AIP ਤੁਸੀਂ 2020 ਲਈ ਆਪਣੀ ਫਾਈਲ ਲਾਈ ਸੀ, ਸਪੋਜ਼ ਤੁਸੀਂ ਅਕਤੂਬਰ 2020 ਲਈ ਲਾਈ ਸੀ, ਨਵੰਬਰ 2020 ਲਈ ਲਾਈ ਸੀ ਜਾਂ ਸਤੰਬਰ 2020 ਲਈ ਲਾਈ ਸੀ, ਜੇ ਤੁਸੀਂ 2020 ਦੇ ਕਿਸੇ ਇਨਟੇਕ 'ਚ ਆਪਣੀ ਫਾਈਲ ਲਾਈ ਸੀ ਤਾਂ ਤੁਹਾਨੂੰ AIP ਇਸ਼ੂ ਹੋਏਗਾ। ਬਟ ਜੇ ਤੁਸੀਂ ਜਨਵਰੀ 2021 ਦੀ LOA ਅਪਲੋਡ ਕਰਤੀ ਹੈ ਤਾਂ ਤੁਹਾਨੂੰ ਫੁੱਲ ਅਪਰੂਵਲ ਹੀ ਆਏਗੀ। ਸੋ ਮੈਨੂੰ ਲੱਗਦਾ ਮਾਰਚ ਔਰ ਫੈਬਰਰੀ ਵਾਲੀਆਂ ਫਾਈਲਸ ਤੇ ਫੁੱਲ ਅਪਰੂਵਲ ਆਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਸਾਡੇ ਕੋਲ ਕੁਝ ਬੱਚਿਆਂ ਦੇ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਹੋਏ ਸੀ, ਉਹਨਾਂ ਦੀ ਕੀ ਕਹਿੰਦੇ ਆ ਵੈਲਿਡਿਟੀ ਅਪਡੇਟ ਹੋ ਗਈ ਹੈ। GCK ਪੋਰਟਲ ਤੇ ਵੈਲਿਡਿਟੀ ਅਪਡੇਟ ਹੋ ਗਈ ਹੈ। ਮਤਲਬ ਉਹਨਾਂ ਨੂੰ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਹੋਏ ਸੀ ਉਹਨਾਂ ਨੂੰ 10-10 ਸਾਲ ਲਈ ਵੈਲਿਡ ਕਰ ਦਿੱਤਾ ਗਿਆ। ਔਰ ਮੈਨੂੰ ਲੱਗਦਾ ਇਸ ਤੋਂ ਬਾਅਦ ਸਿਰਫ ਜਾਂ ਤਾਂ ਉਹਨਾਂ ਨੂੰ ਫਾਈਨਲ ਅਪਰੂਵਲ ਆਏਗੀ ਔਰ ਪਾਸਪੋਰਟ ਸਬਮਿਸ਼ਨ ਰਿਕੁਐਸਟ ਆਏਗੀ। ਜੀ, ਜਿਹੜੀ ਤੁਸੀਂ ਕਹਿ ਰਹੇ ਹੋ ਕਿ ਪੋਰਟਲ ਦੇ ਉੱਤੇ ਵੈਲਿਡਿਟੀ ਅਪਡੇਟ ਹੋਈ ਹੈ, ਇਹ ਪ੍ਰੋਸੈਸ ਕਦੋਂ ਸ਼ੁਰੂ ਹੋਇਆ? ਕਿੰਨੇ ਕੁ ਦਿਨਾਂ ਤੋਂ ਇਹ ਹੋਣ ਲੱਗਿਆ? ਇਹ ਜਦ ਦੇ ਵੈਬੀਨਾਰਸ ਖਤਮ ਹੋਏ ਆ, 27-28 ਦੇ ਵੈਬੀਨਾਰਸ ਖਤਮ ਹੋਏ ਆ, ਉਸ ਤੋਂ ਬਾਅਦ ਵੈਲਿਡਿਟੀਜ਼ ਅਪਲੋਡ ਹੋਣੀਆਂ ਸ਼ੁਰੂ ਹੋ ਚੁੱਕੀਆਂ ਸਟੂਡੈਂਟਸ ਦੀਆਂ GCK ਪੋਰਟਲ ਤੇ। ਪਾਸਪੋਰਟ ਸਬਮਿਸ਼ਨ ਰਿਕੁਐਸਟ ਸਲੋ ਆ ਰਹੀ ਹੈ ਬਟ ਆ ਰਹੀਆਂ, ਸਟੂਡੈਂਟਸ ਦੀਆਂ ਆ ਰਹੀਆਂ। ਔਰ ਮੈਨੂੰ ਇਹ ਵੀ ਲੱਗਿਆ ਕਿ ਕਿਸੇ ਸਟੂਡੈਂਟ ਨੂੰ ਸਟੱਡੀ ਪਰਮਿਟ ਵੀ ਇਸ਼ੂ ਹੋ ਗਏ ਆ ਆਨਲਾਈਨ, ਜਿਨ੍ਹਾਂ ਦੇ ਪਾਸਪੋਰਟ ਸਬਮਿਟ ਹੋਏ ਸੀ। ਸੋ ਬਹੁਤ ਜਲਦੀ ਅਸੀਂ ਦੇਖਾਂਗੇ ਆਉਣ ਵਾਲੇ 1-2 ਹਫ਼ਤੇ ਵਿੱਚ ਕਿ ਪਾਸਪੋਰਟ ਸਟੈਂਪ ਹੋ ਕੇ ਮੁੜ ਕੇ ਆਣੇ ਹੋ ਜਾਣਗੇ ਸ਼ੁਰੂ। ਬਟ ਜਿਹੜੇ ਜਨਵਰੀ ਇਨਟੇਕ ਦੇ ਸਟੂਡੈਂਟਸ ਹੈ, ਜੇ ਉਹਨਾਂ ਦੇ ਬਾਇਓਮੈਟ੍ਰਿਕਸ ਹੋਏ ਆ, ਜੇ ਤੁਹਾਡੀ ਪੈਂਡਿੰਗ ਫਾਈਲ ਹੈ, ਫॉर ਐਕਸਪੈਕਟ ਕਿ ਤੁਹਾਡਾ ਫੁੱਲ ਅਪਰੂਵਲ ਆਏਗਾ ਔਰ ਪਾਸਪੋਰਟ ਸਬਮਿਸ਼ਨ ਰਿਕੁਐਸਟ ਆਏਗੀ ਤੁਹਾਨੂੰ। ਦੈਟ ਇਜ਼ ਵਾਟ ਆਈ ਐਮ ਐਕਸਪੈਕਟਿੰਗ ਫॉर ਜਨਵਰੀ 2021। ਬਿਲਕੁਲ। ਸੋ ਜਨਵਰੀ ਇਨਟੇਕ 'ਚ ਇਹ ਨਵੀਂ ਅਪਡੇਟ ਜਿਹੜੀ ਭਾਟੀਆ ਜੀ ਨੇ ਸਾਂਝੀ ਕੀਤੀ ਹੈ। ਸੋ ਮੈਨੂੰ ਲੱਗਦਾ ਹੈ ਸਾਡੇ ਕੋਲੇ ਫੈਬਰਰੀ ਔਰ ਮਾਰਚ ਵਾਲੇ ਬਹੁਤ ਵੱਡੀ ਗਿਣਤੀ 'ਚ ਸਟੂਡੈਂਟਸ ਨੇ ਜਿਨ੍ਹਾਂ ਦੀਆਂ ਫਾਈਲਸ ਪੈਂਡਿੰਗ ਨੇ। ਭਾਟੀਆ ਜੀ, ਉਹ ਸਾਰੇ ਲੋਕ ਵਰਿਡ ਬਹੁਤ ਜ਼ਿਆਦਾ ਨੇ ਇਸ ਟਾਈਮ, ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ। ਇਨ ਕੇਸ ਅਗਰ ਅਸੀਂ ਇਹ ਮੰਨ ਲਈਏ, ਤੁਸੀਂ ਕਹਿ ਰਹੇ ਹੋ ਹੁਣ ਰਿਜ਼ਲਟ ਆਏਗਾ, ਇਨ ਕੇਸ ਮਾਰਚ ਔਰ ਫੈਬਰਰੀ ਵਾਲੀਆਂ ਜਿਹੜੀਆਂ ਫਾਈਲਸ ਨੇ ਅਗਰ ਉਹਨਾਂ ਤੋਂ ਰਿਫਿਊਜ਼ਲ ਆਉਂਦੀ ਹੈ ਤੇ ਫਿਰ ਉਹਨਾਂ ਸਟੂਡੈਂਟਸ ਦਾ ਫਿਊਚਰ ਕੀ ਹੈ? ਜੇ ਤੁਹਾਨੂੰ ਰਿਫਿਊਜ਼ਲ ਆਉਂਦੀ ਹੈ ਐਂਡ ਤੁਸੀਂ ਕੌਨਫੀਡੈਂਟ ਹੋ ਕਿ ਤੁਸੀਂ ਸਹੀ ਢੰਗ ਨਾਲ ਆਪਣੀ ਫਾਈਲ ਸਬਮਿਟ ਕੀਤੀ ਸੀ, ਦੈਨ ਯੂ ਮਸਟ ਰੀਫਾਈਲ। ਸੋ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦਾ ਕੁਝ ਪੁਆਇੰਟਸ ਉੱਤੇ ਜਿਹੜਾ ਵੀਜ਼ਾ ਸਕਸੈਸ ਰੇਟ ਹੈਗਾ ਕਾਫੀ ਜ਼ਿਆਦਾ, ਕੁਝ ਪ੍ਰੋਵਿੰਸ ਵਿੱਚ, ਕੁਝ ਕਾਲਜਿਸ ਵਿੱਚ ਕਾਫੀ ਜ਼ਿਆਦਾ ਲੋ ਮੈਨੂੰ ਲੱਗਦਾ ਕਿ ਹੁੰਦਾ ਹੈ। ਸੋ ਸਟੂਡੈਂਟਸ ਨੂੰ ਮੈਂ ਇਹ ਰਿਕੁਐਸਟ ਕਰਨਾ ਚਾਹਾਂਗਾ ਕਿ ਜਦੋਂ ਆਪਾਂ ਰੀਫਾਈਲ ਕਰਨੀ ਹੈ, ਆਪਣੀ ਪ੍ਰੋਫਾਈਲ ਚੰਗੀ ਤਰ੍ਹਾਂ ਅਸੈਸ ਕਰਕੇ ਹੀ ਰੀਫਾਈਲ ਕਰੋ, ਕਿਉਂਕਿ ਰਿਫਿਊਜ਼ਲ ਤੋਂ ਬਾਅਦ ਅੱਖਾਂ ਬੰਦ ਕਰਕੇ ਰੀਫਾਈਲ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈਗਾ।
ਸੋ ਬਹੁਤ ਜ਼ਿਆਦਾ ਇਨਫੋਰਮੇਸ਼ਨ ਫਲੋ ਕਰਦੀ ਹੈ ਮਾਰਕੀਟ ਵਿੱਚ, ਸਾਰੀ ਇਨਫੋਰਮੇਸ਼ਨ ਤੁਸੀਂ ਖਿਆਲ ਨਹੀਂ ਕਰਨਾ, ਕਿਉਂਕਿ ਜੇ ਤੁਸੀਂ ਸਾਰੀ ਇਨਫੋਰਮੇਸ਼ਨ ਤੇ ਖਿਆਲ ਰੱਖੋਗੇ, ਆਈ ਡੋਂਟ ਬਿਲੀਵ ਕਿ ਐਵਰੀਬਡੀ ਇਜ਼ ਸੇਇੰਗ ਜੈਨੂਇਨ ਇਨਫੋਰਮੇਸ਼ਨ। ਮੇਰੇ ਕੋਲ ਤਾਂ ਕਿਸੇ ਨੇ ETA ਵੀ ਬਣਾ ਕੇ ਇੰਡੀਅਨ ਸਟੂਡੈਂਟ ਦਾ WhatsApp ਕਰਤਾ ਸੀ, ਸੋ ਵਿਚ ਇਜ਼ ਨਾਟ ਐਟ ਆਲ ਪੋਸੀਬਿਲਿਟੀ ਕਿ ਜਿਹੜੀ ETA ਹੈਗੀ ਹੈ ਉਹ ਕਿਸੇ ਸਟੂਡੈਂਟ ਨੂੰ ਹੱਲੇ ਮਿਲੇਗੀ, ਬਿਕੋਜ਼ ਦੈਟ ਵਿਲ ਬੀ ਅ ਬਿਗ ਚੇਂਜ। ਸੋ ਇੱਦਾਂ ਦੀਆਂ ਫੇਕ ਨਿਊਜ਼ ਤੇ ਪਲੀਜ਼ ਅਵੋਇਡ ਕਰਨਾ ਚਾਹੀਦਾ ਔਰ ਜੈਨੂਇਨ ਨਿਊਜ਼ ਤੇ ਹੀ ਸਾਨੂੰ ਬਲੀਵ ਕਰਨਾ ਚਾਹੀਦਾ। ਬਟ ਜੇ ਅਸੀਂ ਦੇਖੀਏ ਕਿ ਜਿਹੜੇ ਵੈਬੀਨਾਰਸ ਹੋਏ ਆ ਜਾਂ ਜਿੰਨੀ ਵੀ ਇਨਫੋਰਮੇਸ਼ਨ ਹੋਈ ਹੈ, ਮੈਨੂੰ ਲੱਗਦਾ ਸਟੂਡੈਂਟਸ ਨੂੰ ਬਹੁਤ ਵੱਡੇ ਪੱਧਰ ਤੇ ਕਲੈਰਿਟੀ ਜ਼ਰੂਰ ਮਿਲੀ ਹੋਣੀ ਹੈ। ਬਿਲਕੁਲ ਠੀਕ ਹੈ ਜੀ। ਸੋ ਬਹੁਤ ਵੱਡੀ ਕਲੈਰਿਟੀ ਹੈ ਇਹਨਾਂ ਸਾਰੇ ਸਟੂਡੈਂਟਸ ਦੇ ਲਈ ਹੈ। ਭਾਟੀਆ ਜੀ, ਇਹ ਤਾਂ ਹੋ ਗਏ ਉਹ ਸਟੂਡੈਂਟਸ ਜਿਨ੍ਹਾਂ ਦੀਆਂ ਫਾਈਲਸ ਬਹੁਤ ਜ਼ਿਆਦਾ ਪੈਂਡਿੰਗ ਸੀ। ਜਿਹੜੇ ਸਟੂਡੈਂਟਸ ਨੇ ਹੁਣ ਕੁਝ ਸਮਾਂ ਪਹਿਲਾਂ ਅਪਲਾਈ ਕੀਤਾ, ਸੈਪਟੰਬਰ 'ਚ ਅਪਲਾਈ ਕਰਨ ਵਾਲੇ ਵੀ ਹੈ, ਨਵੰਬਰ 'ਚ ਅਪਲਾਈ ਕਰਨ ਵਾਲੇ ਵੀ ਹੈ, ਹੁਣ ਵੀ ਸਟੂਡੈਂਟ ਜਿਹੜੇ ਅਪਲਾਈ ਕਰ ਰਹੇ ਨੇ, ਉਹਨਾਂ ਦੇ ਫਿਊਚਰ ਨੂੰ ਲੈ ਕੇ ਉਹਨਾਂ ਦੇ ਲਈ ਨੈਕਸਟ ਕੋਰਸ ਆਫ ਐਕਸ਼ਨ ਕੀ ਹੈ, ਕੀ ਕਰਨ? ਸਿਰਫ ਆਨਲਾਈਨ ਸਟੂਡੈਂਟਸ ਨੇ ਅਪਲਾਈ ਕੀਤਾ, ਦੇਖੋ ਦੇਰ ਇੱਕ ਕਲੈਰਿਟੀ ਨਾ ਮੈਨੂੰ IRCC ਤੋਂ ਮਿਲੀ ਹੈ, ਨਾ ਮੈਨੂੰ ਕਿਤੋਂ ਮਿਲ ਪਾ ਰਹੀ ਹੈ। ਇੱਕ ਕਲੈਰਿਟੀ ਮਿਲਣੀ ਬਹੁਤ ਜ਼ਿਆਦਾ ਹੱਲੇ ਵੀ ਪੈਂਡਿੰਗ ਹੈਗੀ ਹੈ ਕਿ ਜੇ ਜਨਵਰੀ ਇਨਟੇਕ ਵਾਲੇ ਸਟੂਡੈਂਟਸ ਨੂੰ ਫੁੱਲ ਅਪਰੂਵਲਸ ਦੇਣੀ ਹੈ, ਤਾਂ ਬਹੁਤ ਸਾਰੇ ਬੱਚੇ ਇੱਦਾਂ ਦੇ ਹੈਗੇ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਨਹੀਂ ਹੋਏ ਹੋਏ ਹੈ। So how will they attend classes even online without any approval? So ਇਹਦੇ ਤੇ clarity ਆਣੀ pending ਹੈ। ਸੋ ਇਸ ਚੀਜ਼ ਦੇ ਉੱਤੇ I don't know when the high commission maybe 1-2 ਦਿਨ 'ਚ ਜਿੱਦਾਂ ਤੁਸੀਂ ਮੇਰਾ ਵੀਡੀਓ ਦੇਖ ਰਹੇ ਹੋ ਉਦੋਂ ਹੀ ਇਹ clarity ਆ ਜਾਏ, ਬਟ ਇਹਦੇ ਤੇ clarity ਆਣੀ pending ਹੈ। ਬਟ one thing is clear, ਜੇ ਤੁਸੀਂ ਆਪਣੀ ਫਾਈਲ ਲੌਂਚ ਕਰਨਾ ਚਾਹੁੰਦੇ ਹੋ ਤਾਂ IRCC ਵੱਲੋਂ ਇਹੀ ਕਿਹਾ ਗਿਆ ਹੈ, ਜਿੰਨੀ ਜਲਦੀ ਆਪਣੀ ਫਾਈਲ ਪ੍ਰਿਪੇਅਰ ਕਰਕੇ ਤੁਸੀਂ ਲੌਂਚ ਕਰੋਗੇ ਉਨੀ ਜਲਦੀ ਤੁਹਾਨੂੰ ਰਿਜ਼ਲਟ ਵੀ ਐਕਸਪੈਕਟ ਕਰ ਸਕਦੇ ਹੋ। ਬਿਲਕੁਲ ਠੀਕ ਹੈ। ਇਹ ਤਾਂ ਗੱਲ ਕਲੀਅਰ ਹੋ ਗਈ ਕਿ ਜਿਹੜੇ ਸਟੂਡੈਂਟਸ ਨੇ ਹੁਣ ਅਪਲਾਈ ਕੀਤਾ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਨਹੀਂ ਹੋਏ, ਉਹਨਾਂ ਲਈ ਹਜੇ ਕਨਫਿਊਜ਼ਨ ਵਾਲੀ ਸਥਿਤੀ ਹੈ ਭਾਟੀਆ ਜੀ ਕਿ ਉਹ ਆਨਲਾਈਨ ਕਲਾਸਿਸ ਲਾਉਣਗੇ, ਕਿਸ ਬੇਸ ਤੇ ਲਾਉਣਗੇ। ਇਹਦੇ ਨਾਲ ਮੈਂ ਇੱਕ ਸਵਾਲ ਹੋਰ ਲੈਣਾ, ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਕੰਟੀਨਿਊਸ ਡੈਫਰ ਕਰਾਉਂਦੇ ਰਹੇ ਨੇ, ਉਹ ਕਰਦੇ ਜਨਵਰੀ ਦੇ ਡੈਫਰ ਤੇ ਵੀ ਚਲੇ ਗਏ ਨੇ, ਔਰ ਕਈ ਸਟੂਡੈਂਟਸ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਹੁਣ ਜਨਵਰੀ ਤੋਂ ਵੀ ਡੈਫਰ ਕਰ ਲਈਏ। ਕਿ ਪਹਿਲਾਂ ਸੈਪਟੰਬਰ ਡੈਫਰ ਹੋਇਆ, ਹੁਣ ਅਗਰ ਉਹ ਜਨਵਰੀ ਨੂੰ ਵੀ ਡੈਫਰ ਕਰਾਉਂਦੇ ਨੇ ਤੇ ਕੋਈ ਐਡਵਰਸ ਇਫੈਕਟ ਤਾਂ ਨਹੀਂ? ਹਾਲਾਂਕਿ ਇਹ ਗੱਲਾਂ ਆਉਂਦੀਆਂ ਨੇ ਜਿੰਨੀ ਵਾਰੀ ਮਰਜ਼ੀ ਡੈਫਰ ਕਰੋ, ਪਰ ਬਹੁਤ ਸਾਰੇ ਸਟੂਡੈਂਟਸ ਦੇ IELTS ਖਤਮ ਹੋ ਜਾਂਦੀ ਹੈ, ਕਈ ਸਟੂਡੈਂਟਸ ਦੇ ਮੈਡੀਕਲ ਐਕਸਪਾਇਰ ਹੋ ਜਾਂਦੇ ਹੈ, ਉਹ ਕਿਤੇ ਕੰਪਲਿਕੇਟਡ ਕੇਸ ਤਾਂ ਨਹੀਂ ਬਣਨਗੇ? ਵੀ ਡੋਂਟ ਨੋ ਕਿ ਇੰਨਾ ਜ਼ਿਆਦਾ ਕੰਪਲਿਕੇਸ਼ਨ ਹੋਏਗੀ ਕਿ ਨਹੀਂ ਹੋਏਗੀ, ਬਿਕੋਜ਼ ਜੇ ਤੁਸੀਂ ਡੈਫਰ ਲਿਆ ਯੂ ਵਿਲ ਨਾਟ ਗੈਟ ਰਿਫਿਊਜ਼ਲ, ਦੈਟ ਵਾਸ ਕਲੀਅਰਡ ਬਾਈ IRCC ਕਿ ਯੂ ਵਿਲ ਨਾਟ ਗੈਟ ਰਿਫਿਊਜ਼ਲ। ਬਟ ਮਾਈ ਐਡਵਾਈਸ ਵਿਲ ਬੀ ਕਿ ਜੇ ਤੁਸੀਂ 1 ਜਾਂ 2 ਵਾਰੀ ਡੈਫਰ ਆਲਰੇਡੀ ਲੈ ਚੁੱਕੇ ਹੋ, ਤੁਹਾਡੇ ਕੋਲ ਵੀਜ਼ਾ ਸਟੈਂਪਡ ਹੈਗਾ ਔਰ ਜਨਵਰੀ 'ਚ ਵੀ ਤੁਸੀਂ ਅਬ ਡੈਫਰ ਲੈਣ ਦੀ ਸੋਚ ਰਹੇ ਹੋ, ਦੈਟ ਇਜ਼ ਨਾਟ ਮਾਈ ਐਡਵਾਈਸ। ਮੈਂ ਚਾਹਾਂਗਾ ਕਿ ਜੇ ਤੁਸੀਂ ਇੱਕ ਇਨਟੇਕ ਆਨਲਾਈਨ ਪੜ੍ਹ ਲੋਗੇ, ਦੈਟ ਵਿਲ ਬੀ ਬੈਟਰ ਫॉर योर फ्यूचर ਐਂਡ ਯੂ ਵਿਲ ਸੇਵ ਲੋਟ ਆਫ ਮਨੀ ਆਲਸੋ ਜੇ ਤੁਸੀਂ ਇੱਕ ਇਨਟੇਕ ਇੰਡੀਆ 'ਚ ਪੜ੍ਹ ਲੋਗੇ। ਬਿਲਕੁਲ ਠੀਕ ਹੈ। ਔਰ ਇੱਕ ਧਾਰਨਾ ਜਿਹੜੀ ਬਣ ਰਹੀ ਹੈ ਕੈਨੇਡਾ ਬਾਰੇ, ਇਹ ਕਿੰਨੀ ਕੁ ਧਾਰਨਾ ਤੁਹਾਨੂੰ ਸਹੀ ਲੱਗਦੀ ਹੈ? ਧਾਰਨਾ ਇਹ ਬਣ ਰਹੀ ਹੈ ਕਿ ਅੱਜ ਦੇ ਸਮੇਂ ਕੈਨੇਡਾ 'ਚ ਸਿਚੁਏਸ਼ਨ ਇਹ ਹੈ ਕਿ ਜਿਹੜਾ ਸਟੂਡੈਂਟ ਜਦੋਂ ਫਾਈਲ ਅਪਲਾਈ ਕਰੇਗਾ ਉਹ ਇੱਕ ਲਾਈਨ 'ਚ ਲੱਗ ਜਾਏਗਾ, ਕਿਊ 'ਚ ਲੱਗ ਜਾਏਗਾ, ਇਸ ਕਰਕੇ ਫਾਈਲ ਲਾਉਣੀ ਚਾਹੀਦੀ ਹੈ। ਇੱਕ ਧਾਰਨਾ ਇਹ ਹੈ ਕਿ ਜਦ ਤੱਕ ਸਭ ਕੁਝ ਠੀਕ ਨਹੀਂ ਹੋ ਜਾਂਦਾ, ਕਲੈਰਿਟੀ ਨਹੀਂ ਹੋ ਜਾਂਦੀ, ਸਟੂਡੈਂਟ ਉਸ ਵੇਲੇ ਫਾਈਲ ਲਾਵੇ। ਹੁਣ ਦਿੱਕਤ ਕਿਹੜੇ ਸਟੂਡੈਂਟ ਨੂੰ ਹੈ? ਜਿਹੜੇ ਰੀਸੈਂਟ ਪਾਸ ਆਊਟ ਨੇ 2019 ਦੇ, ਅਗਰ ਉਹ ਜ਼ਿਆਦਾ ਲੰਬਾ ਵਕਤ ਵੇਟ ਕਰਦੇ ਨੇ, ਕੀ ਕੋਈ ਐਡਵਰਸ ਇਫੈਕਟ? ਨਹੀਂ, ਇੱਦਾਂ ਦਾ ਕੋਈ ਐਡਵਰਸ ਇਫੈਕਟ ਨਹੀਂ ਹੋਏਗਾ, ਬਟ ਆਈ ਵਿਲ ਸੁਜੈਸਟ ਆਲ ਦ ਸਟੂਡੈਂਟਸ ਕਿ ਇਸ ਟਾਈਮ 'ਤੇ ਜਿਹੜੀਆਂ ਆਫਰ ਲੈਟਰਸ ਫਲੋ ਕਰ ਰਹੀਆਂ ਉਹ ਬਹੁਤ ਹੀ ਫਾਸਟ ਫਲੋ ਕਰ ਰਹੀਆਂ। ਈਵਨ ਤੁਸੀਂ ਕਾਫੀ ਸਾਰੇ ਗਵਰਨਮੈਂਟ ਕਾਲਜਿਸ ਹਫਤੇ ਦੇ ਅੰਦਰ ਆਫਰ ਲੈਟਰਸ ਇਸ਼ੂ ਕਰ ਰਹੇ ਨੇ। So students, if you are right now willing to apply and you want to lodge your file, I feel this is the right time. Go ahead, lodge your file. बट जे तुसी वेट करना चाहते हो कि जो सब कुछ ठीक हो जाएगा तो मैं लॉन्च करांगा अपनी फाइल, या ईवन मैं अपनी ऑफर लैटर अप्लाई करांगा, सो सब कुछ ठीक मैनू लगता नहीं है कि सारी चीज़ों तो इन्नी जल्दी कोई क्लैरिटी आने वाली है। सो आप अपना जिहड़ा बाहर जाने का सुपना है बिल्कुल रोक नहीं सकते हैं, बट आप जे तुहाडे कोल फंड्स अवेलेबल हैगे हैं एंड एवरीथिंग इज़ रेडी, तुसीं सोचिया कि तुसीं कैनेडा जाना है, देर सवेर सारे स्टूडेंट्स ने कैनेडा पहुँच जाना। ਇਹਦੇ ਨਾਲ ਇੱਕ ਹੋਰ ਸਵਾਲ ਵੀ ਹੈ, ਤੁਸੀਂ ਪਹਿਲਾਂ ਵੀ ਲਾਈਵ ਸ਼ੋਅ 'ਚ ਵੀ ਜਵਾਬ ਦਿੱਤਾ ਸੀ। ਕਈ ਸਟੂਡੈਂਟ ਅੱਜ ਕੱਲ੍ਹ ਮੈਂ ਦੇਖਿਆ ਕਿ ਉਹ ਇਸ ਹੋੜ 'ਚ ਲੱਗੇ ਨੇ ਕਿ ਅਸੀਂ ਦੁਬਈ ਜਾ ਕੇ ਬਾਇਓਮੈਟ੍ਰਿਕਸ ਕਰਾ ਲਈਏ। ਉਹਦਾ ਬੈਨੀਫਿਟ ਹੈ ਜਾਂ ਉਹਨਾਂ ਸਟੂਡੈਂਟਸ ਨੂੰ ਬਿਲਕੁਲ ਅਜਿਹਾ ਨਹੀਂ ਕਰਨਾ ਚਾਹੀਦਾ?
ਸੀ ਜੇ ਸਟੂਡੈਂਟਸ ਨੂੰ ਪਹਿਲੀ ਗੱਲ ਤਾਂ ਦੁਬਈ 'ਚ VFS ਦੇ ਸੈਂਟਰ 'ਚ ਅਪਾਇੰਟਮੈਂਟ ਲੈਣੀ ਪਏਗੀ, ਇੱਥੋਂ ਫਲਾਈਟ ਦਾ ਖਰਚਾ ਕਰਨਾ ਪਏਗਾ, ਦੁਬਈ ਜਾ ਕੇ ਰਹਿਣਾ ਪਏਗਾ। ਤੁਸੀਂ ਬਾਇਓਮੈਟ੍ਰਿਕਸ ਭਾਵੇਂ ਦੁਬਈ ਜਾ ਕੇ ਕਰਾ ਲਓਗੇ, ਬਟ ਇਦਾਂ ਦਾ ਕੋਈ ਟਾਈਮ ਫਰੇਮ ਨਹੀਂ ਦਿੱਤਾ ਜਾ ਰਿਹਾ ਕਿ ਜੇ ਤੁਸੀਂ ਬਾਇਓਮੈਟ੍ਰਿਕਸ ਕਰਾ ਲਏ ਤਾਂ ਤੁਹਾਨੂੰ ਪਾਸਪੋਰਟ ਸਬਮਿਸ਼ਨ ਰਿਕੁਐਸਟ ਆ ਜਾਏਗੀ। ਸੋ ਦੈਟ ਇਜ਼ ਨੋ ਕਲੈਰਿਟੀ। ਸੋ ਵੀਜ਼ਾ ਆਫਿਸਰ ਨੇ ਵੀ ਇਹੀ ਕਿਹਾ ਕਿ ਤੁਸੀਂ ਪਾਸਪੋਰਟ ਸਬਮਿਸ਼ਨ ਰਿਕੁਐਸਟ ਤੁਹਾਨੂੰ ਕਿੰਨੀ ਜਲਦੀ ਆਏਗੀ ਜਾਂ ਕਿੱਦਾਂ ਆਏਗੀ ਉਹ ਬਾਇਓਮੈਟ੍ਰਿਕਸ ਹੋਣ ਤੇ ਡਿਪੈਂਡ ਨਹੀਂ ਕਰਦੀ ਹੈਗੀ ਹੈ। ਸੋ ਭਾਵੇਂ ਤੁਸੀਂ ਦੁਬਈ ਜਾ ਕੇ ਬਾਇਓਮੈਟ੍ਰਿਕਸ ਕਰਾਉਣਾ ਚਾਹੁੰਦੇ ਹੋ, ਦੈਟ ਵਿਲ ਬੀ ਯੋਰ ਕਾਲ, that depends on your wish ਕਿ ਤੁਸੀਂ ਦੁਬਈ ਜਾ ਕੇ ਬਾਇਓਮੈਟ੍ਰਿਕਸ ਕਰਾ ਲੈਂਦੇ ਹੋ। ਬਟ ਪਾਸਪੋਰਟ ਸਬਮਿਸ਼ਨ ਰਿਕੁਐਸਟ ਕਿਹੜੇ ਸਟੂਡੈਂਟਸ ਨੂੰ ਆਏਗੀ ਜਿਹੜੇ ਦੁਬਈ ਜਾ ਕੇ ਬਾਇਓਮੈਟ੍ਰਿਕਸ ਕਰਾਉਣਗੇ, ਕਿਤੇ ਇਹ ਨਾ ਹੋਏ ਕਿ ਆਪਾਂ ਆਪਣਾ ਪ੍ਰੋਸੈਸ ਹੋਰ ਕੰਪਲਿਕੇਟ ਕਰ ਲਈਏ। ਅੱਛਾ, ਪ੍ਰੋਸੈਸ ਹੋਰ ਕੰਪਲਿਕੇਟ ਹੋਣ ਦਾ ਵੀ ਖਤਰਾ ਹੈ। ਸੋ ਤੁਸੀਂ ਐਡਵਾਈਜ਼ ਨਹੀਂ ਕਰਦੇ? ਸੀ ਹਾਲੇ ਤੱਕ ਜੋ ਮੈਨੂੰ ਕਲੈਰਿਟੀ ਮਿਲੀ ਹੈ IRCC ਦੇ ਵੈਬਿਨਾਰਸ ਦੇ ਥਰੂ, ਦੈਟ ਇਜ਼ ਦੇ ਆਰ ਆਲਸੋ ਨਾਟ ਐਡਵਾਈਜ਼ਿੰਗ ਕਿ ਇੰਡੀਅਨ ਸਟੂਡੈਂਟ ਦੁਬਈ ਜਾ ਕੇ ਆਪਣੇ ਬਾਇਓਮੈਟ੍ਰਿਕਸ ਕਰਾਉਣ। ਬਟ ਯੈਸ ਦੇਰ ਇਜ਼ ਅ ਪੋਸੀਬਿਲਿਟੀ, ਦੇ ਸੇ ਯੂ ਕੈਨ ਗੋ ਐਂਡ ਗੈਟ ਯੂਰ ਬਾਇਓਮੈਟ੍ਰਿਕਸ ਡਨ ਇਨ ਦੁਬਈ, ਦੈਟ ਇਜ਼ ਓਕੇ। ਯੂ ਕੈਨ ਗੋ ਐਂਡ ਗੈਟ ਯੂਰ ਬਾਇਓਮੈਟ੍ਰਿਕਸ ਡਨ ਵੇਅਰ ਐਵਰ ਦ ਬਾਇਓਮੈਟ੍ਰਿਕਸ ਆਰ ਓਪਨ। ਬਟ ਪਾਸਪੋਰਟ ਸਬਮਿਸ਼ਨ ਰਿਕੁਐਸਟ ਕਿੱਦਾਂ ਆਏਗੀ ਕਿੱਦਾਂ ਨਹੀਂ ਆਏਗੀ, ਦੈਟ ਇਜ਼ ਅ ਕੁਐਸਚਨ ਮਾਰਕ। ਬਿਲਕੁਲ ਠੀਕ ਹੈ। ਆਖਰੀ ਇੱਕ ਸਵਾਲ ਕਰੂੰਗਾ, ਕਈ ਸਟੂਡੈਂਟ ਰਿਫਿਊਜ਼ਲ ਵਾਲੇ ਜਿਨ੍ਹਾਂ ਨਾਲ ਮੇਰੀ ਗੱਲ ਹੋਈ, ਉਹਨਾਂ ਦੇ IELTS ਐਕਸਪਾਇਰ ਹੋ ਚੁੱਕੇ ਨੇ, ਹੁਣ ਇਮੀਡੀਏਟ IELTS ਕਰਕੇ ਉਹਨਾਂ ਨੂੰ ਰੀਅਪਲਾਈ ਕਰਨਾ ਚਾਹੀਦਾ ਹੈ ਜਾਂ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ ਕਿ ਪਹਿਲਾਂ ਜਨਵਰੀ ਇਨਟੇਕਸ ਤੇ ਕਲੈਰਿਟੀ ਆ ਜੇ, ਉਸ ਤੋਂ ਬਾਅਦ ਉਹ ਮਈ ਜਾਂ ਸਪਟੰਬਰ ਚ ਅਪਲਾਈ ਕਰਨ? ਸੀ ਜਿਹੜੇ ਸਟੂਡੈਂਟਸ ਨੇ ਹੁਣ IELTS ਕਰਨੀ ਹੈ ਉਹਨਾਂ ਨੂੰ ਤਾਂ IELTS ਕਰਨੀ ਪਏਗੀ। ਜਿੰਨੀ ਜਲਦੀ ਆਪਾਂ IELTS ਸਕੋਰ ਕਾਰਡ ਆਪਣਾ ਲੈ ਕੇ ਆਵਾਂਗੇ ਉਨੀ ਜਲਦੀ ਹੀ ਆਪਾਂ ਰੀਫਾਈਲ ਕਰ ਸਕਾਂਗੇ। ਬਟ ਹੁਣ ਜਿਹੜੇ ਸਟੂਡੈਂਟਸ ਨੇ ਇਹ 'ਤੇ ਇੱਕ ਹੋਰ ਕਲੈਰਿਟੀ ਆਉਣੀ ਪੈਂਡਿੰਗ ਹੈ। ਸਪੋਜ਼ ਤੁਹਾਡਾ ਰਿਫਿਊਜ਼ਲ ਨਹੀਂ ਆਈ ਹੈ ਐਂਡ ਯੋਰ ਰਿਜ਼ਲਟ ਇਜ਼ ਪੈਂਡਿੰਗ ਇਨ ਹਾਈ ਕਮਿਸ਼ਨ। ਸੋ ਇਹਦੇ 'ਤੇ ਹਾਈ ਕਮਿਸ਼ਨ ਨੇ ਕਲੈਰਿਟੀ ਦਿੱਤੀ ਹੈ ਕਿ ਜੇ ਤੁਸੀਂ ਆਪਣਾ IELTS ਰਿਜ਼ਲਟ ਸਬਮਿਟ ਕੀਤਾ ਸੀ ਔਰ ਤੁਹਾਨੂੰ ਰਿਜ਼ਲਟ ਨਹੀਂ ਮਿਲਿਆ ਹੱਲੇ, ਤਾਂ ਤੁਸੀਂ ਆਪਣੇ ਤੁਹਾਡਾ IELTS ਵੈਲਿਡ ਹੈਗਾ, ਜੇ ਤੁਹਾਡਾ ਐਕਸਪਾਇਰ ਵੀ ਹੋ ਗਿਆ, ਤੁਹਾਡੀ ਫਾਈਲ ਐਮਬੈਸੀ ਵਿੱਚ ਹੈਗੀ ਹੈ ਤਾਂ, ਬਟ ਜਦੋਂ ਤੁਸੀਂ ਸਬਮਿਟ ਕੀਤੀ ਸੀ ਫਾਈਲ ਉਦੋਂ ਵੈਲਿਡਿਟੀ ਚੈੱਕ ਕੀਤੀ ਜਾਏਗੀ, ਨਾ ਕਿ ਜੇ ਐਕਸਪਾਇਰ ਹੋ ਗਿਆ ਉਹਨੂੰ ਚੈੱਕ ਕੀਤਾ ਜਾਏਗਾ। ਬਟ ਹੁਣ ਜਿਹੜੇ ਸਟੂਡੈਂਟ ਨੂੰ ਰਿਫਿਊਜ਼ਲ ਮਿਲ ਚੁੱਕੀ ਹੈ ਉਹਨਾਂ ਨੂੰ ਆਪਣਾ IELTS ਦੁਬਾਰਾ ਕਰਨਾ ਹੀ ਪਏਗਾ। ਸੋ ਜਿੰਨੀ ਜਲਦੀ ਆਪਾਂ ਆਪਣਾ IELTS ਕਰਾਂਗੇ ਉਨੀ ਜਲਦੀ ਆਪਾਂ ਰੀਫਾਈਲ ਦੀ ਤਿਆਰੀ ਕਰਾਂਗੇ। ਔਰ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਹੈਗੇ ਆ ਜਿਹੜੇ ਰੀਫਾਈਲ ਕਰਨਾ ਚਾਹੁੰਦੇ ਆ, ਬਿਕੋਜ਼ 7 ਬੈਂਡ ਲੈਣ ਦੇ ਬਾਵਜੂਦ ਵੀ ਸਟੂਡੈਂਟਸ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ। ਬਿਲਕੁਲ ਠੀਕ ਹੈ। ਸੋ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਇਸ ਸ਼ੋਅ ਦੇ ਵਿੱਚ ਵੀ ਜਸਮੀਤ ਭਾਟੀਆ ਜੀ ਨੇ ਸਾਡੇ ਨਾਲ ਸ਼ੇਅਰ ਕੀਤੀ ਹੈ। ਕੋਈ ਕਨਫਿਊਜ਼ਨ ਹੈ ਤੇ 90413 90412 ਇਸ ਨੰਬਰ ਤੇ WhatsApp ਕਰ ਸਕਦੇ ਹੋ, ਅਪਾਇੰਟਮੈਂਟ ਬਣਾ ਸਕਦੇ ਹੋ, ਆਪਣੇ ਡਾਕੂਮੈਂਟਸ ਐਕਸੈਸ ਤੁਸੀਂ ਭਾਟੀਆ ਜੀ ਤੋਂ ਕਰਵਾਉਣਾ ਚਾਹੁੰਦੇ ਹੋ, ਲੈਂਡਮਾਰਕ ਇਮੀਗ੍ਰੇਸ਼ਨ info@landmarkimmigration.com ਤੇ ਤੁਸੀਂ ਭਾਟੀਆ ਜੀ ਨੂੰ ਐਡਰੈਸ ਕਰ ਸਕਦੇ ਹੋ। info@landmarkimmigration.com ਇਹ ਵੈਬਸਾਈਟ ਹੈ ਲੈਂਡਮਾਰਕ ਇਮੀਗ੍ਰੇਸ਼ਨ ਦੀ। ਸੋ ਥੈਂਕ ਯੂ ਸੋ ਮਚ ਭਾਟੀਆ ਜੀ। ਧੰਨਵਾਦ।